everyone. I hope you all are fine. So let's start our third video of chapter first, class 10th science, that is decomposition reaction. So our reaction is decomposition reaction. So now what is decomposition reaction? Decompose the meaning ਵਿੱਚ ਕੀ ਆ ਕਿ break down ਹੋਣਾ. The reaction with single reactant break down to give a simple product. ਕਿ ਇੱਕ ਰਿਐਕਟੈਂਟ ਨੂੰ ਆਪਾਂ ਨੇ ਬ੍ਰੇਕ ਕਰਕੇ ਅਲੱਗ-ਅਲੱਗ ਪ੍ਰੋਡਕਟ ਬਣਾਉਣੇ, ਵਨ ਔਰ ਮੋਰ ਦੈਨ ਵਨ ਨਾ, ਦੇ ਆਰ ਆਲਵੇਜ਼ ਇੱਕ ਚੀਜ਼ ਨੂੰ ਆਪਾਂ ਸਪਲਿਟ ਕਰਕੇ ਤੋੜ ਕੇ ਹੋਰ ਚੀਜ਼ ਲਿਖ ਰਹੇ ਹਾਂ। ਹੁਣ ਇਹ ਤੋੜਨ ਦਾ ਬਜਾਏ ਇੱਥੇ ਮੀਨਿੰਗ ਕੀ ਆ ਕਿ ਇੱਕ ਰਿਐਕਟੈਂਟ ਤੋਂ ਆਪਣੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟ ਬਣਨੇ ਸ਼ੁਰੂ ਹੁੰਦੇ ਨੇ। ਫਸਟ ਐਗਜ਼ਾਮਪਲ ਆਪਣੀ NCERT 'ਤੇ ਹੈ ਜੋ ਫੈਰਸ ਸਲਫੇਟ ਦੀ। ਸੋ ਦਿਸ ਰਿਐਕਸ਼ਨ ਇਜ਼ ਵੈਰੀ ਇੰਪੋਰਟੈਂਟ ਫਰੋਮ ਦਾ ਐਗਜ਼ਾਮ ਪੁਆਇੰਟ ਆਫ ਵਿਊ। ਇਸ 'ਤੇ ਕੁਐਸਚਨ ਫਰੇਮ ਹੁੰਦਾ ਹੀ ਹੁੰਦਾ ਹੈ कि what happen when we take a ferrous sulfate solution and heat it, what are the products formed। so जो ferrous sulfate ਨੂੰ ਆਪਾਂ ਹੀਟ ਕਰਦੇ ਹਾਂ FeSO4 ਨੂੰ, ਤਾਂ what we are getting ferric oxide, sulfur dioxide and sulfur trioxide gas। so ਇੱਥੇ ਕੁਐਸਚਨ ਜੋ ਪੁੱਛੇ ਜਾਂਦੇ ਨੇ ਬੋਰਡਸ ਦੇ ਵਿੱਚ, so that are ਕਿ what is the color of the ferric oxide obtained, there what kind of smell obtained, and what is the nature of the gas obtained। ਸਭ ਤੋਂ ਪਹਿਲਾਂ ਜੋ ਆਪਣੇ ਕੋਲ ਫੈਰਸ ਸਲਫੇਟ ਹੁੰਦਾ ਹੈ, ਇਟ ਇਜ਼ ਆਫ ਦਾ ਗ੍ਰੀਨ ਕਲਰ। ਇਹਦਾ ਗ੍ਰੀਨ ਕਲਰ ਕਿਉਂ ਹੁੰਦਾ? ਡਿਊ ਟੂ ਵਾਟਰ ਆਫ ਕ੍ਰਿਸਟਲਾਈਜੇਸ਼ਨ। ਹੁਣ ਵਾਟਰ ਆਫ ਕ੍ਰਿਸਟਲਾਈਜੇਸ਼ਨ ਕੀ ਹੁੰਦਾ ਬੱਚੇ ਕਿ ਐਸ ਇਟਸ ਰਿਟਨ ਹੇਅਰ ਨਾ FeSO4.7H2O, ਕਿ ਇੱਕ ਕੰਪਾਊਂਡ ਜੋ ਫੈਰਸ ਸਲਫੇਟ ਹੈ FeSO4 ਦੇ ਨਾਲ ਕਿੰਨੇ ਮੋਲੀਕਿਊਲਸ ਵਾਟਰ ਦੇ ਅਟੈਚਡ ਨੇ। ਸੋ ਦੈਟ ਇਜ਼ ਵਾਟਰ ਆਫ ਕ੍ਰਿਸਟਲਾਈਜੇਸ਼ਨ। ਹੁਣ ਜਿੱਦਾਂ ਹੀ ਆਪਾਂ ਫੈਰਸ ਸਲਫੇਟ 7 ਹਾਈਡਰੇਟ ਨੂੰ ਹੀਟ ਕਰਨਾ ਸ਼ੁਰੂ ਕਰਦੇ ਹਾਂ, ਕੀ ਹੁੰਦਾ ਹੈ, ਇਹ ਪਹਿਲਾਂ FeSO4 'ਚ ਕਨਵਰਟ ਹੁੰਦਾ, ਉਹਦੇ ਆਪਾਂ ਨੂੰ ਟੈਸਟ ਟਿਊਬ ਦੇ ਅਲੋਂਗ ਨਾ ਵਾਟਰ ਵੇਪਰਸ ਅਪੀਅਰ ਹੋਣਾ ਸਟਾਰਟ ਹੋ ਜਾਂਦੇ ਨੇ। ਉਸ ਤੋਂ ਬਾਅਦ ਫੈਰਿਕ ਆਕਸਾਈਡ ਬਣਨਾ ਸਟਾਰਟ ਹੋ ਜਾਂਦਾ ਹੈ। ਹੁਣ ਅੱਗੇ ਕੀ ਆਉਂਦਾ ਹੈ ਕਿ ਜੋ ਆਪਣੇ ਕੋਲ ਇਸ ਪ੍ਰੋਡਕਟ ਦੇ ਨਾਲ ਨਾਲ ਦੋ ਗੈਸਿਸ ਪ੍ਰੋਡਕਟ ਵੀ ਬਣਦੇ ਨੇ, ਵਨ ਇਜ਼ ਸਲਫਰ ਡਾਈਆਕਸਾਈਡ ਅਤੇ ਸਲਫਰ ਟਰਾਈਆਕਸਾਈਡ। ਇਹਦੀ ਡਿਟੈਕਸ਼ਨ ਕਿੱਦਾਂ ਹੁੰਦੀ ਹੈ ਕਿ ਦੀ ਰੋਟਨ ਐਗ ਲਾਈਕ ਸਮੈਲ। ਸਲਫਰ ਡਾਈਆਕਸਾਈਡ ਜੋ ਆਕਸਾਈਡਸ ਨੇ ਸਲਫਰ ਦੇ, ਉਹਨਾਂ ਦੀ ਜੋ ਸਮੈਲ ਆ ਗੈਸ ਦੀ ਸਮੈਲ ਹੈ, ਦੈਟ ਇਜ਼ ਰੋਟਨ ਐਗ ਲਾਈਕ, ਗੜੇ ਸੜੇ ਅੰਡਿਆਂ ਵਰਗੀ ਸਮੈਲ ਆਉਂਦੀ, ਬਹੁਤ ਹੀ ਗੰਦੀ ਸਮੈਲ ਹੁੰਦੀ ਹੈ। ਹੁਣ ਪੁੱਛ ਰਿਹਾ ਨੈਕਸਟ ਕੁਐਸਚਨ ਕਿ ਇਸਦਾ ਨੇਚਰ ਕਿੱਦਾਂ ਦਾ ਹੋਏਗਾ, ਵਟ ਇਜ਼ ਦਾ ਨੇਚਰ ਆਫ ਦਾ ਗੈਸ ਰਿਲੀਜ਼ਡ। ਹੁਣ ਜੋ ਆਪਣੇ ਕੋਲ ਸਲਫਰ ਡਾਈਆਕਸਾਈਡ ਹੈ, ਆ, ਜਿੱਦਾਂ ਹੀ ਆਪਾਂ ਸਲਫਰ ਡਾਈਆਕਸਾਈਡ ਨੂੰ ਵਾਟਰ ਦੇ ਨਾਲ ਰਿਐਕਸ਼ਨ ਕਰਵਾਵਾਂਗੇ, what will happen there is a formation of H2SO3, ਜੋ ਕਿ ਫਿਰ ਤੋਂ ਵਾਟਰ ਦੇ ਨਾਲ ਰਿਐਕਸ਼ਨ ਹੋਣ ਤੋਂ ਬਾਅਦ ਆਪਣੇ ਕੋਲ H2SO4 which is our sulfuric acid। ਹੁਣ ਜੋ ਆਪਣਾ ਸਲਫਿਊਰਿਕ ਐਸਿਡ ਬਣ ਹੀ ਚੁੱਕਿਆ, ਤਾਂ ਨੇਚਰ ਪੁੱਛਿਆ ਜਾਏਗਾ ਨਾ, what is the nature of the gas release, it is acidic nature, because when it react with the waters it will form a acidic compounds। so that is the nature of the gas released। so moving further to next example of the decomposition reaction, it is also very commonly used in our surrounding। so that first is the, as we did in the combination reaction, and there is a calcium hydroxide when react with water form calcium hydroxide। the calcium hydroxide ਨੂੰ when treated with the atmospheric air it form calcium carbonate। ਹੁਣ ਜੋ ਆਪਾਂ ਡੀਕੰਪੋਜੀਸ਼ਨ ਵਿੱਚ ਪੜ੍ਹ ਰਹੇ ਹਾਂ ਕਿ ਡੀਕੰਪੋਜੀਸ਼ਨ ਜੋ ਕੈਲਸ਼ੀਅਮ ਕਾਰਬੋਨੇਟ ਨੂੰ ਆਪਾਂ ਹੀਟ ਕਰਨਾ ਹੈ, ਤਾਂ ਵਾਪਸ ਤੋਂ ਆਪਣੇ ਕੋਲ ਕੈਲਸ਼ੀਅਮ ਆਕਸਾਈਡ ਪਲੱਸ ਕਾਰਬਨ ਡਾਈਆਕਸਾਈਡ, ਅਤੇ ਜੋ ਇਹ ਰਿਐਕਸ਼ਨ ਆ ਇਹ ਸੀਮੈਂਟ ਬਣਾਉਣ ਦੇ ਕੰਮ ਆਉਂਦਾ ਹੈ। ਸੋ ਐਸੇ ਮੈਨੀ ਯੂਜ਼ਸ ਜੋ ਆਪਣੇ ਕੋਲ ਕੈਲਸ਼ੀਅਮ ਕਾਰਬੋਨੇਟ ਨੂੰ ਬ੍ਰੇਕ ਕਰਕੇ ਦੋ ਪ੍ਰੋਡਕਟ ਬਣਦੇ ਨੇ, ਅਤੇ ਇਹ ਸੀਮੈਂਟ ਬਣਾਉਣ ਦੇ ਵਿੱਚ ਕੰਮ ਆਉਂਦਾ। ਸੋ when this decomposition reaction is carried out heating it is called thermal decomposition। ਹੁਣ ਦੇਖੋ ਹੈ ਮੇਨ ਹੈਡਿੰਗ ਆਪਣਾ ਡੀਕੰਪੋਜੀਸ਼ਨ ਰਿਐਕਸ਼ਨ, ਬਟ ਜਦੋਂ ਡੀਕੰਪੋਜੀਸ਼ਨ ਰਿਐਕਸ਼ਨ ਨੂੰ ਕਰਨ ਵਾਸਤੇ ਆਪਾਂ ਨੂੰ ਹੀਟ ਦੀ ਕੰਡੀਸ਼ਨ ਨੈਸੈਸਰੀ ਹੁੰਦੀ ਆ, ਸੋ ਦੈਟ ਰਿਐਕਸ਼ਨ ਇਜ਼ ਕਾਲਡ ਥਰਮਲ ਡੀਕੰਪੋਜੀਸ਼ਨ। ਥਰਮਲ ਦਾ ਮੀਨਿੰਗ ਹੀ ਕੀ ਹੈ ਆਪਣੇ ਕੋਲ, ਟੈਂਪਰੇਚਰ। ਸੋ ਨਾਓ ਨੈਕਸਟ another important ਜਿੱਥੋਂ ਕਿ ਕੁਐਸਚਨ ਫਰੇਮ ਹੁੰਦਾ ਹੈ ਪੇਪਰ ਦੇ ਵਿੱਚ, ਦੈਟ ਇਜ਼ ਅਵਰ ਦਿਸ ਰਿਐਕਸ਼ਨ। what will happen, question ਆਏਗਾ what will happen if we are going to heat lead nitrate।
what are the products formed? So first of all, ਜਿੱਦਾਂ ਹੀ lead nitrate ਨੂੰ heat ਕੀਤਾ ਜਾਂਦਾ ਹੈ, so we are getting lead oxide, nitrogen dioxide and oxygen gas. ਦੇਖੋ ਇਸ ਦੇ ਵਿੱਚੋਂ ਆਪਾਂ ਨੂੰ ਐਜ਼ ਅ ਪਿਕਚਰ ਦਿਖਾ ਕੇ ਕੁਐਸਚਨ ਪੁੱਛਿਆ ਜਾਏਗਾ, ਜੋ ਗੈਸ ਇਵੋਲਵ ਹੋ ਰਹੀ ਆ ਜਿਸ ਦੇ ਬਰਾਊਨ ਫਿਊਮਸ ਆ ਰਹੇ ਨੇ, ਨੇਮ ਦਾ ਗੈਸ ਵਿੱਚ ਰਿਲੀਜ਼ ਬਰਾਊਨ ਫਿਊਮਸ, ਸੋ ਦੈਟ ਇਜ਼ ਅਵਰ nitrogen dioxide. Also this reaction need heat, so this is also the example of the thermal decomposition reaction. Moving further, so now thermal decomposition further is of next type, that is electrolytic decomposition. Electrolytic. Now what is electrolytic means? When we break down anything with the help of the electricity. ਹੁਣ ਜਿੱਦਾਂ ਕਿ ਇੱਕ ਆਪਾਂ ਐਗਜ਼ਾਮਪਲ ਲੈ ਰਹੇ ਹਾਂ ਵਾਟਰ. ਲੁੱਕ ਐਟ ਦਿਸ ਡਾਇਗਰਾਮ. ਇੱਕ ਮਗ ਲਿੱਤਾ, ਵੀ ਆਰ ਪਲੇਸਿੰਗ ਇਲੈਕਟ੍ਰੋਡਸ and water, this is as some drops of the sulfuric acid also. सल्फ्यूरिक एसिड की ड्रॉप्स दिखा दियाँ, 6 वोल्ट की बैटरी कनेक्ट कर दी, सर्किट ऑन कर दिता, करंट पास होना स्टार्ट हो गया. एंड आफ्टर समटाइम्स वी आर ऑब्जर्विंग बबल्स एट द टू इलेक्ट्रॉन्स बाय डिस्प्लेसिंग वाटर इन द टेस्ट ट्यूब. जो टेस्ट ट्यूब के टॉप साइड ते ने अपने को बबल्स अपीयर होना स्टार्ट हो जाएंगे. सो नाउ व्हाट्स गोइंग ऑन हेयर, मेनली जो वाटर सी अपने कोल, जो वाटर है दैट विल स्टार्ट स्प्लिटिंग इनटू हाइड्रोजन एंड ऑक्सीजन. जो वाटर जिस आप इलैक्ट्रिसिटी पास की, इट स्टार्ट्स फॉर्मेशन, वाटर स्टार्ट स्प्लिटिंग हाइड्रोजन एंड ऑक्सीजन. नाउ वी कैन बैलेंस आफ्टवर्ड्स what we have to, how to balance this reaction. So now when the single reactant split into 2 or more products by the help of electricity the help ਦੇ ਨਾਲ, that is called electrolytic decomposition. That is called electrolytic decomposition reaction. Next third is example of our photolytic decomposition reaction. फोटोलिथिक क्यों यूज़ किया जाता है? जो कोई भी अपने को डीकंपोजिशन मतलब सिंगल रिएक्टेंट स्प्लिट हो रहा इन दी प्रेजेंस ऑफ सनलाइट, जो अपने को सनलाइट की प्रेजेंस रिएक्शन हो रही आ वो फोटोलिटिक. हुण इस फर्स्ट एग्जाम्पल लै रहे आपां सिल्वर क्लोराइड AgCl. AgCl नूं आपां सनलाइट च रखिया, वी आर गेटिंग सिल्वर एंड क्लोरीन गैस. जो अपने को फर्स्टली कह रहे हैं कि जो अपने को सिल्वर क्लोराइड होंदा, इसका कलर होंदा है वाइट, बट जिदा ही सनलाइट प्रेजेंस रखते हैं वी आर गेटिंग सिल्वर, दैट इज टर्न्स टू ग्रे कलर ड्यू टू decomposition reaction. Next, moving further, silver bromide. Similarly as silver chloride, there is a reaction of the silver bromide one, AgBr. Bromide is bromine group Br. When we heat in the presence of sunlight, we are getting silver and bromine gas. And this reaction has separate importance that it is used in the black and white photography. ਤੁਹਾਨੂੰ क्वेश्चन पूछ सकते हैं, give example with the help of the reaction which is used in the black and white photography. Then we have to write this reaction and explain it that it occurs in the presence of the sunlight. And the last but not the least one, the decomposition reaction needs energy in the form of heat, light और electricity. आप तीनों टाइप पढ़ के ना डिकम्पोजिशन दे, हीट वाली थर्मल, लाइट वाली हीट वाली थर्मल, and then light photolytic, electricity electrolytic, and last we are going to write the decomposition reactions. So decomposition is further of 3 kinds, that is our thermal, photolytic and electrolytic, जो breakdown of reactant into the products one. Now important line, mark a star here, the reaction in which energy is absorbed is called endothermic reaction.
In our previous video we have studied about the exothermic, but now endothermic, ਜਿਸ ਨੂੰ ਰਿਐਕਸ਼ਨ ਹੋਣ ਵਾਸਤੇ ਐਨਰਜੀ ਐਬਜ਼ੋਰਬ ਚਾਹੀਦੀ ਹੈ ਰਿਐਕਸ਼ਨ ਸਟਾਰਟ ਕਰਨ ਵਾਸਤੇ। ਜਿੱਦਾਂ ਆਪਾਂ ਡੀਕੰਪੋਜੀਸ਼ਨ ਸਟਾਰਟਿੰਗ ਇਹ ਕੀਤੀ ਹੈ ਨਾ ਕਿ ਆਪਾਂ ਨੂੰ ਇਨ ਦੀ ਫਾਰਮ ਆਫ ਹੀਟ, ਲਾਈਟ ਔਰ ਇਲੈਕਟ੍ਰੀਸਿਟੀ ਐਨਰਜੀ ਦੀ ਜ਼ਰੂਰਤ ਪੈਂਦੀ ਹੈ। ਸੋ these reactions are called endothermic reactions. So similarly they have taken the example of barium hydroxide. When we treat with ammonium chloride we are getting barium chloride and ammonium hydroxide. And what will happen ਕਿ ਜੋ ਆਪਣਾ ਬੀਕਰ 'ਚ ਆਪਾਂ ਰਿਐਕਸ਼ਨ ਲੈ ਰਹੇ ਹਾਂ ਨਾ ਦੋਨਾਂ ਨੂੰ ਐਡ ਕਰਨ ਤੋਂ ਬਾਅਦ ਆਪਣਾ ਬੀਕਰ ਠੰਡਾ ਹੋ ਜਾਂਦਾ ਹੈ, ਕੂਲ ਹੋ ਜਾਂਦਾ। ਕਿਉਂ? ਕਿਉਂਕਿ ਉਹ ਰਿਐਕਸ਼ਨ ਆਪਣੇ ਐਟਮੋਸਫੇਅਰ ਤੋਂ ਹੀਟ ਐਬਜ਼ੋਰਬ ਕਰ ਲੈਂਦੀ ਹੈ। So that's all about our decomposition reaction. I hope you like this video. Kindly share it with your friends and kindly support my channel please. Thank you and have a nice day.